ਹੈਲੋ ਗਾਇਸ, ਅੱਜ ਮੈਂ ਆਪਣੀ ਬੁੱਕ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਅਤੇ ਮੈਂ ਅੱਜ ਬੁੱਕ ਨੂੰ ਸਟਾਰਟ ਕਰਨ ਜਾ ਰਹੀ ਹਾਂ। ਆਈ ਹੋਪ ਤੁਸੀਂ ਧਿਆਨ ਨਾਲ ਮੇਰੀ ਬੁੱਕ ਨੂੰ ਸੁਣੋਗੇ ਅਤੇ ਮੇਰੀਆਂ ਮਤਲਬ ਜੋ ਵੀ ਫੀਲਿੰਗਸ ਨੇ ਉਹਨਾਂ ਨੂੰ ਵੀ ਸਮਝੋਗੇ। ਸੋ ਸਟਾਰਟ ਕਰਨ ਲੱਗੇ। ਇਹ ਮੇਰੇ ਮੋਮ ਡੈਡ ਨੇ। ਕਹਾਣੀ ਦੀ ਸਟਾਰਟਿੰਗ ਇਹਨਾਂ ਤੋਂ ਹੀ ਸਟਾਰਟ ਹੁੰਦੀ ਹੈ ਕਹਾਣੀ। ਇਹ ਕਹਾਣੀ ਇੱਕ ਹੱਸਦੇ ਖੇਡਦੇ ਪਰਿਵਾਰ ਦੀ ਕਹਾਣੀ ਹੈ। ਪਰਮ ਨੇ ਅਜੇ ਆਪਣੀ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ ਕਿ ਉਸਦੇ ਪਿਤਾ ਬਚਨ ਨੇ ਉਸ ਨੂੰ ਵਿਆਹੁਣ ਬਾਰੇ ਸੋਚਿਆ। ਪਰਮ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਪਰਮ ਗੋਰਾ ਚਿੱਟਾ ਉੱਚੇ ਲੰਬੇ ਕੱਦ ਦਾ ਨੌਜਵਾਨ ਸੀ, ਜਿਸ ਦਾ ਪੜ੍ਹਨ ਵੱਲ ਤਾਂ ਕੋਈ ਖਾਸ ਧਿਆਨ ਨਹੀਂ ਸੀ, ਪਰ ਉਹ ਆਪਣੇ ਪਿਤਾ ਬਚਨ ਨਾਲ ਚੰਗੀ ਖੇਤੀਬਾੜੀ ਕਰਨ ਲੱਗਾ ਸੀ। ਬਚਪਨ ਵਿੱਚ ਜਦ ਉਸ ਨੂੰ ਸਕੂਲ ਭੇਜਣ ਲਈ ਤਿਆਰ ਕੀਤਾ ਜਾਂਦਾ ਤਾਂ ਉਹ ਬਹਾਨਾ ਮਾਰਦਾ ਹੋਇਆ ਆਖਦਾ, ਬੇਬੇ ਅੱਜ ਮੈਂ ਸਕੂਲ ਨਹੀਂ ਜਾਣਾ, ਅੱਜ ਮੇਰਾ ਢਿੱਡ ਗੁਖਲਾ। ਇਹ ਗੱਲ ਮੈਂ ਕਾਫੀ ਵਾਰ ਸੁਣਦੀ ਆਪਣੀ ਦਾਦੀ ਕੋਲੋਂ ਕਿ ਵੀ ਡੈਡੀ ਕੀ ਕਹਿੰਦੇ ਹੁੰਦੇ ਸੀਗੇ। ਪਰਮ ਨੂੰ ਰੱਬ ਨੇ ਰੱਜ ਕੇ ਰੂਪ ਰੰਗ ਦਿੱਤਾ ਸੀ। ਪਰਮ ਜਦੋਂ ਵੀ ਘਰੋਂ ਬਾਹਰ ਜਾਂਦਾ ਤਾਂ ਉਸਦੇ ਗੁਆਂਢ ਦੀਆਂ ਕੁੜੀਆਂ ਉਸ ਨੂੰ ਰੋੜੀਆਂ ਮਾਰ ਕੇ ਛੇੜਦੀਆਂ ਅਤੇ ਉਸ ਨੂੰ ਪੰਮੂ ਪੰਮੂ ਕਹਿ ਕੇ ਟਿਚਰਾਂ ਕਰਦੀਆਂ। ਪਰਮ ਦਾ ਵੱਡਾ ਭਰਾ ਅਮਰਜੀਤ, ਮੇਰੇ ਤਾਇਆ ਜੀ, ਜੋ ਕਿ 10 ਕਲਾਸਾਂ ਕਰਕੇ ਫੌਜ ਵਿੱਚ ਭਰਤੀ ਹੋ ਗਿਆ ਸੀ, ਪਿੰਡ ਸਵੱਦੀ ਕਲਾਂ, ਡਿਸਟ੍ਰਿਕਟ ਲੁਧਿਆਣਾ ਜਗਰਾਓਂ ਅਤੇ ਮੁੱਲਾਂਪੁਰ ਦੇ ਸੈਂਟਰ 'ਚ ਆਉਂਦਾ ਪਿੰਡ ਸਵੱਦੀ ਕਲਾਂ ਸਾਡਾ। ਆਖਿਰ ਪਰਮ ਲਈ ਮਿੰਦਰ ਦਾ ਰਿਸ਼ਤਾ ਆਇਆ, ਪਿੰਡ ਪੰਡੋਰੀ ਕਲਾਂ ਤੋਂ। ਪਰਮਿੰਦਰ, ਮੇਰੀ ਮੰਮਾ ਦਾ ਨਾਮ ਪਰਮਿੰਦਰ ਸੀ। ਮਿੰਦਰ ਦੀ ਇੱਕ ਵੱਡੀ ਭੈਣ ਵੀ ਸੀ, ਜਿਸ ਦਾ ਰਿਸ਼ਤਾ ਉਸਦੇ ਪਿਤਾ ਅਮਰ ਨਾਲ ਕਰਨਾ ਚਾਹੁੰਦੇ ਸਨ। ਸੋ ਇਸ ਤਰ੍ਹਾਂ ਦੋਵਾਂ ਭਰਾਵਾਂ ਦਾ ਰਿਸ਼ਤਾ ਇੱਕੋ ਹੀ ਘਰ ਵਿੱਚ ਹੋ ਗਿਆ। ਮਿੰਦਰ ਵੀ ਪਰਮ ਦੀ ਤਰ੍ਹਾਂ ਗੋਰੇ ਚਿੱਟੇ ਰੰਗ ਦੀ ਲੰਬੀ ਅਤੇ ਸੁਨੱਖੀ ਮੁਟਿਆਰ ਸੀ। ਉਹ ਮਰ ਜਾਣੀ ਵੀ ਕੁੜੀਆਂ 'ਚੋਂ ਹੀਰ ਸਲੇਟੀ ਸੀ। ਪਰਮ ਅਤੇ ਮਿੰਦਰ ਦੋਵੇਂ ਹਮ ਉਮਰ ਸਨ, ਇਸ ਲਈ ਉਹ ਆਪਣੇ ਵਿਆਹ ਤੋਂ ਬਹੁਤ ਖੁਸ਼ ਸਨ। ਦੋਵਾਂ ਦੀ ਜੋੜੀ ਰੱਬ ਨੇ ਜਿਵੇਂ ਖੁਸ਼ੀ ਵਿੱਚ ਮਸਤ ਹੋ ਕੇ ਝੂਮ ਕੇ ਬਣਾਈ ਹੋਵੇ। ਹਰ ਨਵ ਵਿਆਹੀ ਵਾਂਗ ਮਿੰਦਰ ਦੇ ਮਨ ਵਿੱਚ ਵੀ ਨਵੀਆਂ ਸਧਰਾਂ ਅਤੇ ਨਵੇਂ ਚਾਅ ਸਨ। ਵਿਆਹ ਤੋਂ ਸਾਲ ਬਾਅਦ ਹੀ ਪਰਮ ਅਤੇ ਮਿੰਦਰ ਦੇ ਘਰ ਵਿੱਚ ਬਹੁਤ ਹੀ ਖੂਬਸੂਰਤ ਬੱਚੀ ਨੇ ਜਨਮ ਲਿਆ। ਪਰਮ ਦੇ ਪੂਰੇ ਪਰਿਵਾਰ ਨੇ ਬੱਚੀ ਦੇ ਆਉਣ ਦੀ ਬਹੁਤ ਖੁਸ਼ੀ ਮਨਾਈ, ਉਸ ਨੂੰ ਪੁੱਤਾਂ ਵਾਂਗ ਲਾਡ ਲਡਾਏ। ਉਸ ਨੂੰ ਆਪਣੀ ਬੱਚੀ ਦਾ ਨਾਮ ਰਖਵੰਤ ਰੱਖਿਆ, ਮੇਰੀ ਵੱਡੀ ਸਿਸਟਰ ਰਖਵੰਤ। ਉਹ ਮੁੰਡਿਆਂ ਵਾਂਗ ਰੱਖਦੇ ਸਨ ਆਪਣੀ ਬੱਚੀ ਨੂੰ। ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਆਉਣ ਦਿੱਤੀ ਜਾਂਦੀ। ਉਸ ਦੇ ਮੂੰਹੋਂ ਕੋਈ ਗੱਲ ਨਿਕਲਦੀ ਹੀ ਸੀ ਕਿ ਉਸ ਨੂੰ ਤੁਰੰਤ ਪੂਰਾ ਕੀਤਾ ਜਾਂਦਾ। ਹਰ ਮਾਂ ਬਾਪ ਦੀ ਤਰ੍ਹਾਂ ਪਰਮ ਅਤੇ ਮਿੰਦਰ ਵੀ ਚਾਹੁੰਦੇ ਸਨ ਕਿ ਉਹਨਾਂ ਦੇ ਘਰ ਪੁੱਤਰ ਹੋਵੇ, ਇਸ ਲਈ ਉਹਨਾਂ ਨੇ ਪੁੱਤਰ ਦੀ ਪ੍ਰਾਪਤੀ ਲਈ ਦੂਜਾ ਬੱਚਾ ਚਾਹਿਆ। ਉਹ ਇਸ ਆਸ ਨੂੰ ਲੈ ਕੇ ਬਹੁਤ ਖੁਸ਼ ਸਨ ਕਿ ਉਹਨਾਂ ਦੇ ਘਰ ਪੁੱਤਰ ਜਨਮ ਲਵੇਗਾ, ਲੇਕਿਨ ਅਜਿਹਾ ਨਹੀਂ ਹੋਇਆ। ਅਗਲੇ ਸਾਲ ਮਿੰਦਰ ਨੇ ਫਿਰ ਤੋਂ ਇੱਕ ਬੱਚੀ ਨੂੰ ਜਨਮ ਦਿੱਤਾ। ਪਰਮ ਅਤੇ ਉਸਦੇ ਪਰਿਵਾਰ ਦੀ ਸਾਰੀ ਆਸ ਟੁੱਟ ਕੇ ਬਿਖਰ ਗਈ, ਪਰ ਫਿਰ ਵੀ ਉਹਨਾਂ ਦੂਜੀ ਬੱਚੀ ਨੂੰ ਰੱਬ ਦੀ ਦਿੱਤੀ ਦਾਤ ਸਮਝ ਕੇ ਗਲ ਲਾਇਆ। ਉਹਨਾਂ ਆਪਣੀ ਦੂਜੀ ਬੱਚੀ ਦਾ ਨਾਮ ਬੇਅੰਤ ਰੱਖਿਆ, ਬੇਅੰਤ ਕੌਰ। ਦੂਜੀ ਬੱਚੀ ਆਉਣ ਨਾਲ ਘਰ ਦਾ ਮਾਹੌਲ ਥੋੜ੍ਹਾ ਬਦਲ ਗਿਆ ਸੀ, ਪਰ ਫਿਰ ਵੀ ਮਿੰਦਰ ਅਤੇ ਪਰਮ ਇਹ ਸੋਚ ਲੈ ਕੇ ਖੁਸ਼ ਸਨ ਕਿ ਕੋਈ ਗੱਲ ਨਹੀਂ, ਪਰਮਾਤਮਾ ਅਗਲੀ ਵਾਰ ਉਹਨਾਂ ਦੀ ਝੋਲੀ ਪੁੱਤਰ ਦੀ ਦਾਤ ਬਖਸ਼ੇਗਾ। ਮਿੰਦਰ ਦੀ ਸੱਸ ਜਲਦੀ ਤੋਂ ਜਲਦੀ ਆਪਣੀ ਗੋਦ ਵਿੱਚ ਪਰਮ ਦਾ ਪੁੱਤਰ ਖਿਡਾਉਣਾ ਚਾਹੁੰਦੀ ਸੀ, ਇਸ ਲਈ ਉਸਨੇ ਮਿੰਦਰ ਨੂੰ ਫਿਰ ਤੋਂ ਬੱਚਾ ਪੈਦਾ ਕਰਨ ਲਈ ਕਿਹਾ। ਉੱਧਰ ਮਿੰਦਰ ਦੀ ਵੱਡੀ ਭੈਣ ਅਤੇ ਅਮਰ ਦੇ ਘਰ ਵੀ ਇੱਕ ਬੱਚੀ ਨੇ ਜਨਮ ਲਿਆ, ਪਰੰਤੂ ਅਗਲੇ ਹੀ ਸਾਲ ਇੱਕ ਪੁੱਤਰ ਵੀ ਪੈਦਾ ਹੋਇਆ। ਅਮਰ ਦੀ ਧੀ ਦਾ ਨਾਮ ਰੁਪਿੰਦਰ ਕੌਰ, ਜੋ ਕਿ ਰਖਵੰਤ ਦੀ ਹਮ ਉਮਰ ਸੀ, ਅਤੇ ਉਸਦੇ ਪੁੱਤਰ ਦਾ ਨਾਮ ਬਿੰਦਰ, ਜੋ ਕਿ ਬੇਅੰਤ ਦਾ ਹਮ ਉਮਰ ਸੀ। ਆਪਣੇ ਸਹੁਰੇ ਪਰਿਵਾਰ ਦੀ ਇੱਛਾ ਨੂੰ ਪੂਰਾ ਕਰਨ ਲਈ ਮਿੰਦਰ ਫਿਰ ਤੋਂ ਗਰਭਵਤੀ ਹੋਈ। ਇਸ ਵਾਰ ਵੀ ਉਸ ਨੂੰ ਆਸ ਸੀ ਕਿ ਉਸਦੇ ਘਰ ਪੁੱਤਰ ਹੀ ਜਨਮ ਲਵੇਗਾ। ਇਸੇ ਕਾਰਨ ਉਹ ਖੁਸ਼ ਰਹਿੰਦੀ।
ਆਖਿਰਕਾਰ ਉਹ ਦਿਨ ਆਇਆ ਜਿਸ ਦਿਨ ਮਿੰਦਰ ਨੇ ਫਿਰ ਤੋਂ ਇੱਕ ਬੱਚੀ ਨੂੰ ਜਨਮ ਦਿੱਤਾ। ਉਹ ਬੱਚੀ 2 ਦਿਨ ਬਾਅਦ ਹੀ ਮਰ ਗਈ, ਜਿਸ ਕਰਕੇ ਮਿੰਦਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਇੱਕ ਤਾਂ ਬੱਚੀ ਨੇ ਜਨਮ ਲਿਆ ਅਤੇ ਦੂਸਰਾ ਉਹ 2 ਦਿਨ ਬਾਅਦ ਹੀ ਮਰ ਗਈ ਸੀ। ਹੁਣ ਪਰਿਵਾਰ ਵਿੱਚ ਮਿੰਦਰ ਦੀ ਕਦਰ ਘੱਟ ਹੋਣ ਲੱਗੀ। ਉਸਨੂੰ ਉਸਦੀ ਸੱਸ ਹਮੇਸ਼ਾ ਘੂਰਦੀਆਂ ਨਜ਼ਰਾਂ ਨਾਲ ਵੇਖਦੀ। ਹੌਲੀ ਹੌਲੀ ਮਿੰਦਰ ਦੀਆਂ ਸਧਰਾਂ ਅਤੇ ਇੱਛਾਵਾਂ ਖਤਮ ਹੋਣ ਲੱਗੀਆਂ। ਉੱਧਰ ਮਿੰਦਰ ਦੀ ਵੱਡੀ ਭੈਣ ਜੋ 2 ਬੱਚਿਆਂ ਨੂੰ ਜਨਮ ਦੇ ਚੁੱਕੀ ਸੀ, ਪਰ ਹੁਣ ਉਹ ਵੀ ਬਿਮਾਰ ਰਹਿਣ ਲੱਗੀ ਸੀ, ਜਿਸ ਕਾਰਨ ਘਰ ਦੀ ਜ਼ਿੰਮੇਵਾਰੀ ਵੀ ਹੁਣ ਇਕੱਲੀ ਮਿੰਦਰ ਉੱਪਰ ਹੀ ਸੀ। ਹੁਣ ਤਾਂ ਮਿੰਦਰ ਦੀ ਆਸ ਟੁੱਟਦੀ ਜਾਂਦੀ ਸੀ ਕਿ ਉਸਦੇ ਘਰ ਪੁੱਤਰ ਜਨਮ ਲਵੇਗਾ ਵੀ ਜਾਂ ਨਹੀਂ। ਪਰ ਪਰਮ ਨੇ ਮਿੰਦਰ ਨੂੰ ਸਮਝਾ ਬੁਝਾ ਕੇ ਫਿਰ ਤੋਂ ਬੱਚਾ ਪੈਦਾ ਕਰਨ ਲਈ ਕਿਹਾ। ਇਸ ਵਾਰ ਮਿੰਦਰ ਨੇ ਪੁੱਤਰ ਦੀ ਕਾਮਨਾ ਵਾਸਤੇ ਪ੍ਰਮਾਤਮਾ ਅੱਗੇ ਝੋਲੀ ਅੱਡੀ ਅਤੇ ਅਰਦਾਸਾਂ ਕੀਤੀਆਂ। ਇਸ ਵਾਰ ਮਿੰਦਰ ਨੂੰ ਪੂਰੀ ਆਸ ਸੀ ਕਿ ਉਸਦੇ ਘਰ ਵੀ ਪੁੱਤਰ ਪੈਦਾ ਹੋਵੇਗਾ। ਹੁਣ ਤਾਂ ਮਿੰਦਰ ਪੁੱਤ ਦੇ ਆਉਣ ਦੇ ਸੁਪਨੇ ਵੀ ਲੈਣ ਲੱਗ ਪਈ ਸੀ। ਉਹ ਫਿਰ ਤੋਂ ਇਸੇ ਆਸ ਨੂੰ ਲੈ ਕੇ ਜ਼ਿੰਦਾ ਦਿਲ ਇਨਸਾਨਾਂ ਦੀ ਤਰ੍ਹਾਂ ਹੱਸਦੀ ਖੇਡਦੀ ਆਪਣੇ ਪੁੱਤਰ ਦੇ ਆਉਣ ਦੀ ਉਡੀਕ ਕਰਨ ਲੱਗੀ ਅਤੇ ਪਰਮ ਨਾਲ ਵੀ ਉਸਦੇ ਆਉਣ ਦੀਆਂ ਗੱਲਾਂ ਕਰਨ ਲੱਗੀ। ਪਰਮ ਵੀ ਪੂਰੀ ਆਸ ਲਈ ਬੈਠਾ ਸੀ ਅਤੇ ਆਪਣੇ ਪੁੱਤਰ ਨੂੰ ਦੇਖਣ ਲਈ ਤਰਸ ਰਿਹਾ ਸੀ ਕਿ ਇਸ ਵਾਰ ਪਰਮਾਤਮਾ ਜ਼ਰੂਰ ਕਿਰਪਾ ਕਰੇਗਾ ਅਤੇ ਉਸਨੂੰ ਵੀ ਇੱਕ ਪੁੱਤਰ ਮਿਲੇਗਾ, ਜਿਸ ਨਾਲ ਉਹ ਸਾਰਾ ਦਿਨ ਖੇਡਿਆ ਕਰੇਗਾ, ਉਸਨੂੰ ਬੋਲਣਾ ਸਿਖਾਵੇਗਾ, ਉਸਨੂੰ ਚੱਲਣਾ ਸਿਖਾਵੇਗਾ। ਇਸ ਵਾਰ ਤਾਂ ਪਰਮ ਨੇ ਆਪਣੇ ਪੁੱਤਰ ਦੇ ਆਉਣ ਦੀ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ। ਉਸਨੇ ਆਪਣੇ ਪੁੱਤਰ ਵਾਸਤੇ ਸੋਹਣੇ ਸੋਹਣੇ ਕੱਪੜੇ ਅਤੇ ਖਿਡੌਣੇ ਲਿਆਂਦੇ। ਪਰਮ ਨੇ ਆਪਣੀ ਬੇਬੇ ਨੂੰ ਵੀ ਆਖਿਆ ਕਿ ਬੇਬੇ, ਐਤਕੀ ਵੇਖੀ ਚੱਲ, ਤੇਰਾ ਪੋਤਾ ਆਉਣ ਵਾਲਾ ਹੈ, ਤੂੰ ਜੋ ਆਖੇਂਗੀ ਤੈਨੂੰ ਲਿਆ ਕੇ ਦੇਵਾਂਗਾ। ਇੱਕ ਵਾਰ ਉਸਨੂੰ ਦੁਨੀਆ 'ਤੇ ਆ ਲੈਣ ਦੇ। ਫਿਰ ਤੋਂ ਉਹ ਦਿਨ ਆ ਗਿਆ। ਮਿੰਦਰ ਨੂੰ ਲਾਗਲੇ ਪਿੰਡ ਦੇ ਹਸਪੀਟਲ ਲਿਜਾਇਆ ਗਿਆ। ਪਰਮ ਪੂਰੀ ਖੁਸ਼ਖਬਰੀ ਦੀ ਉਡੀਕ ਕਰਨ ਲੱਗਾ। ਉਹ ਵੀ ਹਸਪਤਾਲ ਦੇ ਬਾਹਰ ਖਲੋਤਾ ਆਪਣੇ ਬੱਚੇ ਦੀਆਂ ਕਿਲਕਾਰੀਆਂ ਸੁਣਨ ਲਈ ਬੇਚੈਨ ਹੋ ਰਿਹਾ ਸੀ। ਖੁਸ਼ੀ ਕਾਰਨ ਉਸਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ। ਕੁਝ ਪਲਾਂ ਬਾਅਦ ਉਹੀ ਖੁਸ਼ੀ ਭਰੇ ਹੰਝੂ ਖੂਨ ਦੇ ਹੰਝੂ ਬਣ ਕੇ ਵਗਣ ਲੱਗੇ ਜਦੋਂ ਪਰਮ ਦੇ ਕੰਨਾਂ ਵਿੱਚ ਆਪਣੀ ਮਾਂ ਦੇ ਇਹ ਬੋਲ ਪਏ, ਵੇ ਪਰਮੇ, ਤੇਰੇ ਕਰਮਾਂ ਵਿੱਚ ਪੁੱਤ ਨਹੀਂ, ਇਹਨਾਂ ਖਹਿੜਾ ਨਹੀਂ ਜੇ ਛੱਡਣਾ ਤੇਰੇ ਪਿੱਛੇ ਪੈ ਗਈਆਂ ਨੇ ਕਲਮੂਹੀਆਂ। ਇਹ ਬੋਲ ਪਰਮ ਦੀ ਬੇਬੇ ਨੇ ਆਖੇ, ਜੋ ਖੁਦ ਆਪਣੇ ਪੋਤੇ ਨੂੰ ਦੇਖਣ ਲਈ ਹਸਪੀਟਲ ਤੱਕ ਆਈ ਸੀ, ਪਰ ਫਿਰ ਤੋਂ ਕੁੜੀ ਹੋਈ ਸੁਣ ਕੇ ਹਸਪਤਾਲ 'ਚੋਂ ਬਿਨਾਂ ਬੱਚੀ ਨੂੰ ਵੇਖਿਆ ਘਰ ਵਾਪਸ ਚਲੀ ਗਈ। ਉੱਧਰ ਪਰਮ ਦਾ ਕੁਝ ਪਤਾ ਨਹੀਂ ਸੀ ਲੱਗਿਆ ਕਿ ਉਹ ਕਿੱਥੇ ਹੈ। ਪਰਮ ਸਾਰੀ ਰਾਤ ਤੱਕ ਘਰ ਨਹੀਂ ਆਇਆ। ਅਗਲੀ ਸਵੇਰ ਹੋ ਗਈ ਸੀ ਪਰ ਪਰਮ ਦਾ ਕੁਝ ਪਤਾ ਨਹੀਂ ਸੀ ਚੱਲਿਆ। ਜਦ ਪਰਮ ਨੂੰ ਦੇਖਣ ਲਈ ਗਏ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਗਲੀ ਦੀ ਇੱਕ ਨੁੱਕਰੇ ਪਿਆ ਡਿੱਗਿਆ ਮਿਲਿਆ। ਉਸਨੂੰ ਚੁੱਕ ਕੇ ਘਰ ਲਿਆਂਦਾ ਗਿਆ। ਪਰਮ, ਜਿਸ ਨੇ ਕਦੇ ਸ਼ਰਾਬ ਨੂੰ ਹੱਥ ਨਹੀਂ ਸੀ ਲਗਾਇਆ, ਪਰੰਤੂ ਧੀਆਂ ਜੰਮਣ ਤੇ ਉਹ ਇੱਕ ਸ਼ਰਾਬੀ ਤੇ ਲਾਚਾਰੀ ਬਣ ਗਿਆ ਸੀ। ਹੁਣ ਪਰਮ ਨਿੱਤ ਦਿਨ ਸ਼ਰਾਬ ਪੀਣ ਲੱਗਾ। ਉਸਦੀ ਤਾਂ ਆਸ ਹੀ ਖਤਮ ਹੋ ਗਈ ਸੀ ਕਿ ਉਸਦੇ ਘਰ ਵੀ ਪੁੱਤਰ ਜਨਮ ਲਵੇਗਾ। ਫਿਰ ਇੱਕ ਹੋਰ ਬੱਚੀ ਜਨਮ ਹੋਈ, ਕਰਮਜੀਤ। ਕੰਮੋ ਉਸਦੇ 4ਥੇ ਨੰਬਰ ਵਾਲੀ ਕੁੜੀ ਸੀ। ਹੁਣ ਪਰਮ ਦਾ ਤਾਂ ਪਹਿਲਾਂ ਵਾਂਗ ਕੰਮ 'ਚ ਜੀਅ ਨਹੀਂ ਸੀ ਲੱਗਦਾ ਅਤੇ ਨਾ ਹੀ ਉਹ ਆਪਣੇ ਦੋਸਤਾਂ ਮਿੱਤਰਾਂ ਕੋਲ ਬਹਿੰਦਾ ਖੜ੍ਹਦਾ ਸੀ। ਹੁਣ ਉਹ ਮਿੰਦਰ ਨਾਲ ਵੀ ਜ਼ਿਆਦਾ ਗੱਲਬਾਤ ਨਹੀਂ ਸੀ ਕਰਦਾ, ਬਸ ਜਿਵੇਂ ਉਸਦਾ ਜਿਉਣ ਨੂੰ ਹੀ ਜੀਅ ਨਾ ਕਰਦਾ ਹੋਵੇ। ਉਹ ਹਰ ਵਕਤ ਬੇਚੈਨ ਜਿਹਾ ਹੋਇਆ ਤੁਰਿਆ ਫਿਰਦਾ। ਕੁਝ ਸਮਾਂ ਪਾ ਕੇ ਉਸਨੂੰ ਉਸਦੇ ਦੋਸਤਾਂ ਰਿਸ਼ਤੇਦਾਰਾਂ ਸਮਝਾਇਆ ਕਿ ਪੁੱਤਰ ਬਿਨਾਂ ਵੰਸ਼ ਅੱਗੇ ਨਹੀਂ ਵਧੇਗਾ, ਇਸ ਕਰਕੇ ਤੈਨੂੰ ਪੁੱਤਰ ਨੂੰ ਜਨਮ ਦੇਣਾ ਹੀ ਹੋਵੇਗਾ। ਉਹਨਾਂ ਦੇ ਲੱਖ ਸਮਝਾਉਣ 'ਤੇ ਪਰਮ ਨੇ ਫਿਰ ਤੋਂ ਪੁੱਤਰ ਦੀ ਆਸ ਲਾਉਣੀ ਸ਼ੁਰੂ ਕਰ ਦਿੱਤੀ, ਪਰ ਪਰਮਾਤਮਾ ਦੀ ਰਜ਼ਾ ਨੂੰ ਕੌਣ ਟਾਲ ਸਕਦਾ ਹੈ। ਇਸੇ ਦੌਰਾਨ ਪਰਮ ਦੇ ਘਰ ਇੱਕ ਹੋਰ ਬੱਚੀ ਨੇ ਜਨਮ ਲਿਆ, ਜਿਸ ਦਾ ਨਾਮ ਮਨ ਰੱਖਿਆ ਗਿਆ। ਜਿਸਨੂੰ ਪਰਮ ਨੇ 2 ਮਹੀਨੇ ਤੱਕ ਦੇਖਿਆ ਹੀ ਨਹੀਂ। ਇਹਦੇ 'ਤੇ ਮੈਂ ਇੱਕ ਪੋਇਮ ਲਿਖੀ ਆ,
ਜਦ ਅਮੜੀ ਦੀ ਕੁੱਖ ਵਿੱਚ ਆਈ, ਸੁਪਨੇ ਸੋਹਣੇ ਸਜਾਏ, ਮੇਰੇ ਮੰਮੀ ਪਾਪਾ ਮੈਨੂੰ ਖੂਬ ਨੇ ਲਾੜ ਲੜਾਏ। ਅਮੜੀ ਮੈਨੂੰ ਦੇਵੇ ਲੋਰੀ, ਪਾਪਾ ਚੁੱਲ੍ਹਾ ਚੁਲਾਏ, ਦਾਦਾ ਦਾਦੀ ਖੁਸ਼ ਹੋਵਣ ਜਦ, ਧੀ ਰਾਣੀ ਤਾੜੀ ਮਾਰ ਕੇ ਗਿੱਧਾ ਪਾਏ। ਜਦ ਅਮੜੀ ਦੀ ਕੁੱਖ ਵਿੱਚੋਂ ਮੈਂ ਪੈਰ ਬਾਹਰ ਸੀ ਪਾਇਆ, ਪਾਪਾ ਦਾਦੀ ਦੋਵੇਂ ਬੋਲੇ, ਇਸ ਚੰਦਰੀ ਨੂੰ ਕਿਉਂ ਨਾ ਉਸੇ ਵੇਲੇ ਮਾਰ ਮੁਕਾਇਆ। ਬਸ ਇਸ ਕਸੂਰੋਂ ਕਿ ਮੈਂ ਇੱਕ ਧੀ ਹਾਂ, ਪਾਪਾ ਮੈਨੂੰ ਦੇਖਣ ਨਾ ਆਏ। ਧੀ ਜਨਮੀ ਹੈ ਸੁਣਦੇ ਸਾਰ ਹੀ, ਜਾਂ ਡਾਕਟਰ ਦੇ ਗਲ ਹੱਥ ਪਾਏ। ਧੀ ਰਾਣੀ ਪਈ ਰੋਵੇ ਤੇ ਕੁਰਲਾਵੇ, ਹੇ ਦਾਤਾ ਮੈਂ ਕੈਸੇ ਲੇਖ ਲਿਖਾਏ, ਮੇਰੇ ਜਨਮ ਤੇ ਮੇਰੇ ਆਪਣਿਆਂ ਖੂਨ ਦੇ ਹੰਝੂ ਵਹਾਏ। ਆਮ ਸੌਰੀ।